ਸਤਨਾਮ ਵਾਹਿਗੁਰੂ ਸਾਹਿਬ ਜੀਓ। ਮਾਤਾ ਕੇ ਉਦਰ ਮੈਂ ਪ੍ਰਤਪਾਲ ਕਰੇ, ਸੋ ਕਿਉ ਮਨਹੁ ਵਿਸਾਰੀਐ। ਮਨਹੁ ਕਿਉ ਵਿਸਾਰੀਐ ਏ ਵੱਡ ਦਾਤਾ, ਜੇ ਅਗਨ ਮੈਂ ਆਹਾਰ ਪਹੁੰਚਾਵੇ, ਓਸਨੋ ਕਿਹ ਪੋਹ ਨਾ ਸਕੀ। ਜਿਸਨੋ ਆਪਣੀ ਲਿਵ ਲਾਵੇ, ਆਪਣੀ ਲਿਵ ਆਪੇ ਲਾਏ। ਗੁਰਮੁਖ ਸਦਾ ਸੰਭਾਲੀਐ, ਕਹਿ ਨਾਨਕ ਏ ਵੱਡ ਦਾਤਾ। ਸੋ ਕਿਉ ਮਨਹੁ ਵਿਸਾਰੀਐ, ਕਹਿ ਨਾਨਕ ਏ ਵੱਡ ਦਾਤਾ। ਸੋ ਕਿਉ ਮਨੋ ਵਿਸਾਰੀਐ। ਪਰਮ ਸਨਮਾਨਯੋਗ ਚਵਰ ਛਤਰ ਤਖਤ ਦੇ ਮਾਲਕ, ਜੁਗ ਹੋ ਜੁਗ ਅਟਲ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਸਤਿਗੁਰਾਂ ਦੀ ਪਾਵਨ ਪਵਿੱਤਰ ਨਿੱਘੀ ਗੋਦ ਅੰਦਰ ਸੁਭਾਈਮਾਨ ਗੁਰੂ ਸਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ। ਸਤਿਗੁਰਾਂ ਨੇ ਅਪਾਰ ਨਦਰ ਕੀਤੀ ਹੈ, ਜੋ ਸਤਿਗੁਰਾਂ ਦੀ ਪਾਵਨ ਗੋਦ ਵਿੱਚ ਬੈਠ ਕੇ ਬੜੇ ਪਿਆਰ, ਬੜੇ ਅਦਬ ਔਰ ਬੜੀ ਇਕਾਗਰਤਾ ਦੇ ਨਾਲ ਅੰਮ੍ਰਿਤਮਈ ਬਾਣੀ ਦੇ ਕੀਰਤਨ ਗੁਰੂ ਸਵਾਰਿਆਂ ਪਾਸੋਂ ਆਪ ਜੀ ਸਰਵਣ ਕਰ ਰਹੇ ਸੋ। ਧੰਨ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ, ਜਿਨ੍ਹਾਂ ਦੀ ਮੁਬਾਰਕ ਰਸਨਾ ਤੋਂ ਉਚਾਰਨ ਕੀਤੇ ਅੰਮ੍ਰਿਤ ਬਚਨ, ਪਾਵਨ ਆਨੰਦ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਦੀ ਵਿਚਾਰ ਆਪ ਜੀ ਇਹਨਾਂ ਪਾਵਨ ਦੀਵਾਨਾਂ ਵਿੱਚ ਸਰਵਣ ਕਰ ਰਹੇ ਹੋ। ਵਿਚਾਰ ਅਧੀਨ ਅੰਮ੍ਰਿਤਮਈ ਬਚਨ, ਅੰਮ੍ਰਿਤਮਈ ਬਾਣੀ ਦੇ ਅੰਦਰੋਂ 28 ਨੰਬਰ ਪੌੜੀ, ਜੋ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਮੁਬਾਰਕ ਅੰਗ 920 ਉੱਪਰ ਸੁਭਾਈਮਾਨ ਹੈ। ਇਹ ਪੌੜੀ ਆਪ ਜੀ ਨੇ ਸਰਵਣ ਕੀਤੀ ਹੈ। ਆਓ ਆਪ ਜਿਤਨੇ ਧੰਨ ਸਤਿਗੁਰਾਂ ਦੀ ਪਾਵਨ ਗੋਦ ਵਿੱਚ ਹਜ਼ੂਰੀ ਅੰਦਰ ਜੁੜ ਬੈਠੇ ਹੋ, ਸਤਿਗੁਰਾਂ ਦੀ ਅੰਮ੍ਰਿਤ ਬਾਣੀ ਦੀ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਕਰੋ ਕਿਰਪਾ, ਗੁਰੂ ਬਖਸ਼ੀ ਹੋਈ ਫਤਿਹ ਦੇ ਨਾਲ ਸਾਂਝ ਪਾਓ ਜੀ। ਆਪਣੇ ਇਸ ਬੱਚੇ ਨੂੰ, ਸੇਵਕ ਨੂੰ ਆਸੀਸ ਬਖਸ਼ੋ, ਤਾਂ ਕਿ ਇਹਨਾਂ ਅੰਮ੍ਰਿਤ ਬਚਨਾਂ ਦੀ ਵਿਚਾਰ ਆਪ ਸੰਗਤ ਦੇ ਨਾਲ ਸਾਂਝੀ ਕਰ ਸਕੀਏ। ਕਰੋ ਕਿਰਪਾ, ਬੁਲਾਓ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਸਤਿਗੁਰਾਂ ਨੇ ਅੱਜ ਇਸ ਪਾਵਨ ਪੌੜੀ ਦੇ ਅੰਦਰ ਜੋ ਅੰਮ੍ਰਿਤ ਉਪਦੇਸ਼ ਬਖਸ਼ਿਸ਼ ਕੀਤਾ ਹੈ, ਗੁਰੂ ਅਮਰਦਾਸ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ, ਮਾਤਾ ਕੇ ਉਦਰ ਮੈਂ ਪ੍ਰਤਪਾਲ ਕਰੇ, ਸੋ ਕਿਉ ਮਨਹੁ ਵਿਸਾਰੀ। ਕਿ ਹੇ ਭਾਈ, ਉਸ ਮਾਲਕ ਪਰਮਾਤਮਾ ਅਕਾਲ ਪੁਰਖ ਨੂੰ ਤੂੰ ਆਪਣੇ ਮਨ ਵਿੱਚੋਂ ਕਿਉਂ ਵਿਸਾਰ ਬੈਠਾ ਹੈ। ਜੋ ਮਾਲਕ ਅਕਾਲ ਪੁਰਖ ਇਸ ਜਗਤ, ਇਸ ਸੰਸਾਰ ਦੇ ਅੰਦਰ ਵੀ ਤੇਰੀ ਪ੍ਰਤਪਾਲਨਾ ਕਰਦਾ ਹੈ, ਤੇ ਜਿਸ ਨੇ ਮਾਂ ਦੇ ਉਦਰ ਵਿੱਚ ਵੀ ਤੇਰੀ ਪ੍ਰਤਪਾਲਨਾ ਕੀਤੀ,
ਇੱਕ ਗੱਲ ਸਮਝਣ ਵਾਲੀ ਹੈ ਸਾਧ ਸੰਗਤ, ਇਨਸਾਨ ਜਦੋਂ ਸੰਸਾਰ ਵਿੱਚ ਜਨਮ ਲੈ ਲੈਂਦਾ ਹੈ ਉਸ ਵਕਤ ਇਹਨੂੰ ਸੰਭਾਲਣ ਲਈ ਇਹਦਾ ਸਾਰਾ ਕੁਟੁੰਬ, ਇਹਦਾ ਸਾਰਾ ਪਰਿਵਾਰ ਇਹਦੇ ਸਿਰ ਤੇ ਖੜਾ ਹੁੰਦਾ ਹੈ। ਬੱਚੇ ਦੀ ਮਾਂ, ਬੱਚੇ ਦਾ ਬਾਪ, ਪਰਿਵਾਰ ਸਭ ਬੱਚੇ ਦੇ ਚਾਰ ਪਾਸੇ ਖੜੇ ਹੋਏ ਨੇ। ਬੱਚੇ ਦੇ ਰੁਦਨ ਦੀ ਆਵਾਜ਼ ਸੁਣ ਕੇ ਮਾਂ ਦੌੜਦੀ ਏ, ਬੱਚੇ ਦੇ ਰੋਣ ਦੀ ਆਵਾਜ਼ ਸੁਣ ਕੇ ਦਾਦੀ ਦੇ ਦਿਲ ਨੂੰ ਹੌਲ ਪੈਂਦਾ ਹੈ। ਪੂਰਾ ਪਰਿਵਾਰ ਉਸ ਬੱਚੇ ਦੀ ਪਰਵਰਿਸ਼ ਕਰਨ ਦੇ ਲਈ ਉਸ ਬੱਚੇ ਦੇ ਚਾਰੇ ਪਾਸੇ ਖੜਾ ਹੋਇਆ ਹੈ। ਪਰ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਬੜੇ ਪਿਆਰੇ ਸ਼ਬਦ ਵਰਤੇ ਨੇ, ਮਾਂ ਦੇ ਉਦਰ ਵਿੱਚ ਪ੍ਰਮਾਤਮਾ ਨੇ ਤੇਰੀ ਪ੍ਰਤਪਾਲਨਾ ਕੀਤੀ। ਹੁਣ ਧਿਆਨ ਦੇਣਾ ਸੰਗਤ, ਜਦੋਂ ਮਾਂ ਦੇ ਉਦਰ ਵਿੱਚ ਬੱਚਾ, ਉਸ ਵੇਲੇ ਉਹਦੀ ਪ੍ਰਤਪਾਲਨਾ ਕਰਨ ਵਾਲਾ ਜਾਂ ਉਹਦੇ ਚਾਰੇ ਪਾਸੇ ਖੜੇ ਹੋਣ ਵਾਲਾ ਕੋਈ ਵੀ ਨਹੀਂ। ਅੰਮ੍ਰਿਤ ਬਾਣੀ ਦਾ ਇੱਕ ਬੜਾ ਪਿਆਰਾ ਬਚਨ ਆਪ ਜੀ ਪੜ੍ਹਦੇ ਹੋ ਜੈਤਸਰੀ ਕੀ ਵਾਰ ਵਿੱਚ, ਇਹ ਧੰਨ ਗੁਰੂ ਅਰਜਨ ਸਾਹਿਬ ਜੀ ਦਾ ਪਾਵਨ ਬਚਨ ਹੈ ਤੇ ਸਤਿਗੁਰ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ। ਸਾਹਿਬ ਕਹਿੰਦੇ ਨੇ, ਰਚੰਤ ਜੀ ਰਚਨਾ ਮਾਤ ਗਰਭ ਅਸਥਾਪਨ। ਮਾਂ ਦੇ ਗਰਭ ਵਿੱਚ, ਮਾਂ ਦੇ ਉਦਰ ਵਿੱਚ ਪ੍ਰਮਾਤਮਾ ਨੇ ਤੇਰੀ ਅਸਥਾਪਨਾ ਕੀਤੀ ਤੇ ਇਸ ਜੀਵ ਦੀ ਰਚਨਾ ਨੂੰ ਰਚਿਆ। ਇਹਦਾ ਸਮੁੱਚਾ ਸਰੀਰ ਦਾ ਢਾਂਚਾ ਮਾਂ ਦੇ ਉਦਰ ਦੇ ਵਿੱਚ ਤਿਆਰ ਕੀਤਾ। ਜਿਵੇਂ ਮਨੁੱਖ ਕਿਸੇ ਚੀਜ਼ ਨੂੰ ਬੜੀ ਸ਼ਿੱਦਤ ਦੇ ਨਾਲ ਬਣਾਉਂਦਾ ਹੈ ਤੇ ਜਦੋਂ ਬਣਾਉਂਦਾ ਹੈ ਉਸ ਵੇਲੇ ਧਿਆਨ ਰੱਖਦਾ ਹੈ। ਮੰਨ ਲਓ ਅਸੀਂ ਬਾਜ਼ਾਰੋਂ ਕੋਈ ਚੀਜ਼ ਖਰੀਦਨੇ ਆ ਤੇ ਅਸੀਂ ਇਸ ਚੀਜ਼ ਦਾ ਧਿਆਨ ਰੱਖਨੇ ਆ ਕਿ ਜਿਹੜੀ ਚੀਜ਼ ਅਸੀਂ ਖਰੀਦੀ ਹੈ ਉਹ ਨਵੀਂ ਹੈ ਕਿ ਪੁਰਾਣੀ ਹੈ। ਖਰੀਦੀ ਹੋਈ ਚੀਜ਼ ਦਾ ਇੱਕ ਪੁਰਜਾ ਵੀ ਪੁਰਾਣਾ ਹੋਵੇ ਨਾ, ਉਹਨੂੰ ਜੰਗ ਲੱਗਾ ਹੋਵੇ ਤੇ ਬੰਦਾ ਕਹਿੰਦਾ ਵੀ ਆਹ ਚੀਜ਼ ਬਦਲ ਕੇ ਮੈਨੂੰ ਦੂਜੀ ਦੇ ਦੇ, ਕਿਉਂਕਿ ਇਹਦੇ ਇਸ ਪੁਰਜੇ ਨੂੰ ਜੰਗ ਲੱਗ ਗਿਆ, ਇਹਦਾ ਇਹ ਪੁਰਜਾ ਪੁਰਾਣਾ ਹੋ ਗਿਆ। ਬਣਾਉਣ ਲੱਗਿਆਂ ਬਣਾਉਣ ਵਾਲਾ ਵੀ ਬੜੀ ਸ਼ਿੱਦਤ ਨਾਲ ਬਣਾਉਂਦਾ ਔਰ ਬੜਾ ਧਿਆਨ ਰੱਖਦਾ ਹੈ। ਖਰੀਦਣ ਲੱਗਿਆ ਬੰਦਾ ਵੀ ਬੜੀ ਸ਼ਿੱਦਤ ਨਾਲ ਜਦੋਂ ਪੈਸਾ ਲਾ ਕੇ ਖਰੀਦਦਾ ਤੇ ਧਿਆਨ ਰੱਖਦਾ ਵੀ ਕਿਹੜੀ ਚੀਜ਼ ਉਹਦੇ ਵਿੱਚ ਕੋਈ ਕਮੀ, ਕੋਈ ਊਣਤਾਈ ਤੇ ਨਹੀਂ। ਪਰ ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਨੇ, ਸਦਕੇ ਜਾਈਏ ਉਸ ਪਰਿਪੂਰਨ ਪਰਮਾਤਮਾ ਦੇ ਮਾਲਕ ਦੇ, ਜਿਨੇ ਕਿਰਪਾ ਕੀਤੀ ਹੈ ਮਾਤਾ ਕੇ ਉਦਰ ਮੈਂ ਪ੍ਰਤਪਾਲ ਕਰੇ। ਗੁਰੂ ਅਰਜਨ ਸਾਹਿਬ ਕਹਿੰਦੇ ਨੇ, ਰਚੰਤ ਜੀ ਰਚਨਾ, ਇਸ ਜੀਵ ਦੀ ਰਚਨਾ ਰਚੀ, ਇਹਦੇ ਇੱਕ ਇੱਕ ਅੰਗ ਦਾ ਜੋੜ ਜੋੜਿਆ, ਇਹਨੂੰ ਬਣਾਇਆ, ਇਹਨੂੰ ਥਾਪਿਆ, ਜਿਹਨੂੰ ਬਾਬਾ ਫਰੀਦ ਸਾਹਿਬ ਕਹਿੰਦੇ ਨੇ ਗੰਢੇਂਦਿਆਂ 6 ਮਹੀਨੇ ਵਿੱਚ ਇਹਨੂੰ ਸੰਪੂਰਨ ਕੀਤਾ। ਔਰ ਧਿਆਨ ਦੇਣਾ, ਮੈਂ ਕਈ ਵਾਰੀ ਸੋਚਣਾ ਮਨਾ, ਅਸੀਂ ਬੜੀ ਵਾਰੀ ਸਵਾਲ ਕਰਨੇ ਆ ਵੀ ਅਧਿਆਤਮਕ ਦਾ ਮਾਰਗ ਜਿਹੜਾ ਹੈ, ਪਰਮਾਤਮਾ ਦੇ ਘਰ ਦਾ ਮਾਰਗ ਜਿਹੜਾ ਹੈ, ਉਹ ਮਨੁੱਖ ਨੂੰ ਸੱਚ ਵਿੱਚ ਅਧਿਆਤਮ ਨਾਲ, ਪਰਮਾਤਮਾ ਨਾਲ ਜੋੜਦਾ ਹੈ, ਅਗੰਮੀ ਗਿਆਨ ਦੇ ਨਾਲ ਜੋੜਦਾ ਹੈ। ਔਰ ਇਹਦੀਆਂ ਉਦਾਹਰਨਾਂ ਸਾਨੂੰ ਇਤਿਹਾਸ ਵਿੱਚੋਂ ਮਿਲਦੀਆਂ ਨੇ, ਬਾਣੀ ਪੜ੍ਹਦਿਆਂ ਹੋਈਆਂ ਮਿਲਦੀਆਂ ਨੇ। ਬਾਬਾ ਫਰੀਦ ਸਾਹਿਬ ਜੀ 11ਵੀਂ ਸਦੀ ਦੇ ਵਿੱਚ ਪੈਦਾ ਹੋਏ ਨੇ। ਉਸ ਵੇਲੇ ਸਰੀਰ ਦੇ ਅੰਦਰ ਦੇ ਢਾਂਚੇ ਨੂੰ ਪੜ੍ਹਨ ਵਾਲੀ ਕੋਈ ਮਸ਼ੀਨ ਨਹੀਂ ਸੀ। ਅੱਜ ਸਾਡੇ ਸਰੀਰ ਦੇ ਅੰਦਰ ਕੋਈ ਦਿੱਕਤ ਹੋ ਜਾਏ, ਵੇਖੋ ਮਾਂ ਬੱਚੇ ਨੂੰ ਜਨਮ ਦਿੰਦੀ ਏ, 9 ਮਹੀਨੇ ਆਪਣੇ ਉਦਰ ਵਿੱਚ ਰੱਖਦੀ ਏ, ਪਰ 9 ਮਹੀਨੇ ਉਦਰ ਵਿੱਚ ਰੱਖਣ ਤੋਂ ਪਹਿਲਾਂ ਉਹ ਇੱਕ ਇੱਕ ਡਾਕਟਰ ਦੀ ਸਲਾਹ ਨੂੰ ਮੰਨਦੀ ਏ। ਇਹਨਾਂ 9 ਮਹੀਨਿਆਂ ਦੇ ਵਿੱਚ 3 ਵਾਰ 4 ਵਾਰ ਉਹ ਜਾ ਕੇ ਅਲਟਰਾਸਾਊਂਡ ਵੀ ਕਰਾਂਦੀ ਹੈ, ਵੇਖਣ ਦੇ ਲਈ ਕਿ ਅੰਦਰ ਜਿਹੜਾ ਬੱਚਾ ਹੈ ਉਹ ਠੀਕ ਹੈ ਕਿ ਨਹੀਂ ਹੈ।
ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਅੰਮ੍ਰਿਤ ਬਚਨ, ਮੈਂ ਕਹਿੰਦਾ ਕੁਰਬਾਨ ਜਾਈਏ। ਅਧਿਆਤਮਕ ਦਾ ਮਾਰਗ, ਧਰਮ ਦਾ ਮਾਰਗ, ਜਦੋਂ ਕੋਈ ਸੱਚ ਵਿੱਚ ਪਰਮਾਤਮਾ ਨਾਲ ਜੁੜ ਜਾਂਦਾ ਹੈ, ਮੇਰਾ ਮਾਲਕ ਉਹਨੂੰ ਕਿੰਨੀ ਸ਼ਕਤੀ ਦਿੰਦਾ ਹੈ, ਕਿੰਨੀ ਤਾਕਤ ਦਿੰਦਾ ਹੈ। ਬਾਬਾ ਫਰੀਦ ਸਾਹਿਬ ਕਹਿੰਦੇ ਨੇ, ਮਾਂ ਬੱਚਾ ਤੇਰੇ ਸਰੀਰ ਦੇ ਵਿੱਚ ਆਇਆ, 6 ਮਹੀਨੇ ਲੱਗੇ ਨੇ ਇਹਨੂੰ ਪੂਰਨ ਤੌਰ ਤੇ ਇਹਦੇ ਇੱਕ ਇੱਕ ਸਰੀਰ ਦੇ ਜੋੜ ਨੂੰ ਬਣਨ ਦੇ ਵਿੱਚ। ਅੱਜ ਡਾਕਟਰ ਇਹ ਗੱਲ ਕਹਿੰਦੇ ਨੇ ਕਿ 6 ਮਹੀਨੇ ਵਿੱਚ ਮਾਂ ਦੇ ਉਦਰ ਵਿੱਚ ਬੱਚਾ ਸੰਪੂਰਨ ਹੋ ਜਾਂਦਾ ਹੈ। ਉਹਦੇ ਹੱਡ ਸਾਰੇ ਜੁੜ ਜਾਂਦੇ ਨੇ, ਹੱਡੀਆਂ ਜੁੜ ਜਾਂਦੀਆਂ ਨੇ, ਸਰੀਰ ਦੇ ਅੰਗ ਬਣ ਜਾਂਦੇ ਨੇ। ਇਹੀ ਕਾਰਨ ਹੈ ਕਈ ਵਾਰੀ ਬੱਚਾ 7ਵੇਂ ਮਹੀਨੇ ਵਿੱਚ, 8ਵੇਂ ਮਹੀਨੇ ਵਿੱਚ ਵੀ ਜਨਮ ਲੈ ਲੈਂਦਾ ਹੈ, ਪਰ ਉਹ 7ਵੇਂ 8ਵੇਂ ਮਹੀਨੇ ਦੇ ਵਿੱਚ ਜਨਮ ਲਏ ਬੱਚੇ ਨੂੰ ਫਿਰ ਥੋੜੀ ਦੇਰ ਦੇਖਭਾਲ ਵਿੱਚ ਰੱਖਣਾ ਪੈਂਦਾ ਹੈ, ਹੀਟ ਦੇਣੀ ਪੈਂਦੀ ਹੈ, ਜੈਸੀ ਹੀਟ ਮਾਂ ਦੇ ਉਦਰ ਵਿੱਚ ਹੈ। ਕਿਉਂਕਿ ਕਈ ਵਾਰੀ ਬੰਦਾ ਇਹ ਵੀ ਸਵਾਲ ਕਰ ਦਿੰਦਾ ਹੈ ਕਿ ਹੈ ਮੇਰੇ ਰੱਬਾ, ਜੇ ਤੂੰ ਬੱਚੇ ਨੂੰ ਪਾਲਣਾ ਹੀ ਸੀ ਤੇ ਫਿਰ ਮਾਂ ਦੇ ਉਦਰ ਦੇ ਵਿੱਚ ਇਹ ਅਗਨ ਵਿੱਚ ਖੇਈ ਕਿਉਂ ਤੂੰ ਉਹਨੂੰ? ਇਹ ਵੀ ਜ਼ਰੂਰਤ ਹੈ, ਕਿਉਂਕਿ ਜੇ ਉੱਥੇ ਮਾਂ ਦੇ ਉਦਰ ਦੀ ਜਠਰ ਅਗਨ ਨਹੀਂ ਹੋਏਗੀ ਤੇ ਸਰੀਰ ਬਣੇਗਾ ਨਹੀਂ। ਧਿਆਨ ਦੇਣਾ, ਬਾਹਰੀ ਅੱਗ ਉਹਦੇ ਨੇੜੇ ਸਰੀਰ ਚਲਾ ਜਾਏ ਤੇ ਮਾਸ ਗਲ ਜਾਂਦਾ ਹੈ, ਹੱਡੀਆਂ ਖੁਰ ਜਾਂਦੀਆਂ ਨੇ। ਮਾਂ ਦੇ ਉਦਰ ਵਿੱਚ ਬੱਚੇ ਦਾ ਵਿਕਾਸ ਹੋ ਰਿਹਾ ਹੈ, ਪਰ ਉੱਥੇ ਪੇਟ ਦੀ ਅਗਨ ਦੇ ਵਿੱਚ ਬੱਚਾ ਵੱਧ ਰਿਹਾ ਹੈ, ਫੁੱਲ ਰਿਹਾ, ਉਹਦਾ ਵਿਕਾਸ ਹੋ ਰਿਹਾ ਹੈ। ਇਹ ਪਰਮਾਤਮਾ ਦੀਆਂ ਖੇਡਾਂ ਨਹੀਂ। ਅਸੀਂ ਸਾਧ ਸੰਗਤ ਪਰਮਾਤਮਾ ਦੀ ਇਸ ਸ੍ਰਿਸ਼ਟੀ ਦੇ ਅੰਦਰੋਂ ਇੱਕ ਚੀਜ਼ ਨੂੰ ਵੇਖੀ ਕੇ ਵੀ ਪਰਮਾਤਮਾ ਤੋਂ ਕੁਰਬਾਨ ਨਹੀਂ ਜਾ ਸਕਦੇ, ਇਹਨਾਂ ਬਲਿਹਾਰੇ। ਪਰ ਸੱਚੇ ਵੀ ਕੁਦਰਤ ਨੂੰ ਵੇਖ ਕੇ ਕਦੀ ਕਾਦਰ ਦੀਆਂ ਇਹਨਾਂ ਬੇਅੰਤਤਾਈਆਂ ਵਿੱਚੋਂ ਕਦੀ ਕਾਦਰ ਨੂੰ ਸਮਝਣ ਦਾ ਯਤਨ ਤੇ ਕਰੀਏ। ਗੁਰੂ ਅਰਜਨ ਸਾਹਿਬ ਕਹਿੰਦੇ ਨੇ, ਰਚੰਤ ਜੀ ਰਚਨਾ ਮਾਤ ਗਰਭ ਅਸਥਾਪਨ, ਸਾਸ ਸਾਸ ਸਿਮਰੰਤ ਨਾਨਕ ਮਹਾ ਅਗਨ ਨਾ ਬਿਨਾਸਨ। ਗੁਰੂ ਅਰਜਨ ਸਾਹਿਬ ਕਹਿੰਦੇ ਨੇ, ਪਤਾ ਹੀ ਮਾਂ ਦੇ ਉਦਰ ਦੀ ਪੇਟ ਉਸ ਬੱਚੇ ਨੂੰ ਕਿਉਂ ਨਹੀਂ ਸਾੜਦੀ, ਕਿਉਂ ਉਹਦੀਆਂ ਹੱਡੀਆਂ ਨੂੰ, ਉਹਦੇ ਮਾਸ ਨੂੰ ਗਾਲਦੀ ਨਹੀਂ? ਗੁਰੂ ਪਾਤਸ਼ਾਹ ਕਹਿੰਦੇ ਨੇ, ਉਹਦਾ ਇੱਕ ਕਾਰਨ ਹੈ। ਸਤਿਗੁਰ ਜੀ, ਉਹ ਕਿਹੜਾ ਕਾਰਨ? ਤੇ ਪਾਤਸ਼ਾਹ ਕਹਿੰਦੇ ਨੇ, ਸਾਸ ਸਾਸ ਸਿਮਰੰਤ। ਉਹ ਬੱਚਾ ਹਰ ਸਵਾਸ ਵਿੱਚ ਪਰਮਾਤਮਾ ਨਾਲ, ਆਪਣੇ ਧੁਰੇ ਨਾਲ, ਆਪਣੇ ਵਜੂਦ ਨਾਲ, ਉਸ ਆਤਮਾ ਪਰਮਾਤਮਾ ਦੇ ਨਾਲ, ਉਹ ਜੋਤ, ਉਸ ਪਰਮ ਜੋਤ ਦੇ ਨਾਲ ਜੁੜੀ ਹੋਈ ਉਹਨੂੰ ਯਾਦ ਕਰ ਰਹੀ ਹੈ, ਉਹਨੂੰ ਯਾਦ ਕਰ ਰਹੀ ਹੈ। ਗੁਰੂ ਅਰਜਨ ਸਾਹਿਬ ਜੀ ਦਾ ਇੱਕ ਬਚਨ ਤੁਸੀਂ ਸੋਰਠ ਰਾਗ ਵਿੱਚ ਪੜ੍ਹਦੇ ਹੋ, ਮੇਰਾ ਖਿਆਲ ਗੱਲ ਹੋਰ ਥੋੜੀ ਸਪਸ਼ਟ ਹੋ ਜਾਏਗੀ। ਪਾਤਸ਼ਾਹ ਕਹਿੰਦੇ ਨੇ, ਮਾਤਾ ਕੇ ਉਦਰ ਮੈਂ ਪ੍ਰਤਪਾਲ ਕਰੇ। ਗੁਰੂ ਅਰਜਨ ਸਾਹਿਬ ਕਹਿੰਦੇ ਨੇ, ਰਚੰਤ ਜੀ ਰਚਨਾ ਮਾਤ ਗਰਭ ਅਸਥਾਪਨੰ, ਸਾਸ ਸਾਸ ਸਿਮਰੰਤ ਨਾਨਕ ਮਹਾ ਅਗਨ ਨਾ ਬਿਨਾਸਨੰ। ਤੇ ਪਾਤਸ਼ਾਹ ਜੀ ਸੋਰਠ ਰਾਗ ਵਿੱਚ ਬਖਸ਼ਿਸ਼ ਕਰਦੇ ਨੇ। ਸਾਹਿਬ ਕਹਿੰਦੇ ਨੇ, ਜੈਸੀ ਅਗਨ ਉਦਰ ਮੈਂ। ਪਾਤਸ਼ਾਹ ਜੀ ਦੇ ਬਚਨ ਨੇ ਅਗਲੀ ਪੌੜੀ ਵਿੱਚ। ਪਰ ਗੁਰੂ ਅਰਜਨ ਸਾਹਿਬ ਸੋਰਠ ਰਾਗ ਵਿੱਚ ਕਹਿੰਦੇ ਨੇ, ਪਾਵਕ ਸਾਗਰ ਅਥਾ ਲਹਿਰ ਮੈਂ, ਤਾਰੋ ਤਾਰਨ ਹਾਰੇ। ਸਤਿਗੁਰ ਜਿਵੇਂ ਮਾਂ ਦੇ ਉਦਰ ਦੇ ਅੰਦਰ ਅੱਗ ਹੈ, ਉਹਦੇ ਤੋਂ ਤੁਸੀਂ ਆਪਣਾ ਸਿਮਰਨ ਦੇ ਕੇ ਬਚਾਉਂਦੇ ਹੋ। ਸਤਿਗੁਰ ਇਸ ਸੰਸਾਰ ਸਾਗਰ ਦੇ ਅੰਦਰ ਪਾਵਕ ਅਗਨ ਅਥਾ ਸਾਗਰ ਮੈਂ, ਇਸ ਸੰਸਾਰ ਦੇ ਅੰਦਰ ਜਿਹੜੀ ਅੱਗ ਹੈ, ਉਹ ਅੱਗ ਮਨੁੱਖ ਨੂੰ ਨਜ਼ਰ ਨਹੀਂ ਆ ਰਹੀ। ਉਸ ਅੱਗ ਦਾ ਜ਼ਿਕਰ ਸਤਿਗੁਰ ਨੇ ਬਾਣੀ ਅੰਦਰ ਵੀ ਕੀਤਾ ਹੈ। ਹੰਸ ਹੇਤ ਲੋਭ ਕੋਪ ਚਾਰੇ ਨਦੀਆਂ ਅੱਗ। ਇਹ ਕਾਮ ਇੱਕ ਅੱਗ ਹੈ, ਕ੍ਰੋਧ ਇੱਕ ਅੱਗ ਹੈ, ਅਹੰਕਾਰ ਇੱਕ ਅੱਗ ਹੈ, ਲੋਭ ਇੱਕ ਅੱਗ ਹੈ, ਮੋਹ ਇੱਕ ਅੱਗ ਹੈ। ਇਸ ਅੱਗ ਦੇ ਵਿੱਚ ਪੈਣ ਵਾਲਾ ਬੰਦਾ ਸੜ ਜਾਂਦਾ ਹੈ। ਮੇਰੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਨੇ, ਜੇ ਤੂੰ ਇਸ ਅੱਗ ਤੋਂ ਬਚਣਾ ਚਾਹੁੰਦਾ ਹੈ, ਮੇਰੇ ਸਤਿਗੁਰ ਜਿਵੇਂ ਮਾਂ ਦੇ ਉਦਰ ਦੇ ਵਿੱਚ ਤੂੰ ਆਪਣਾ ਹੱਥ ਦੇ ਕੇ ਪ੍ਰਤਪਾਲਨਾ ਕਰਦਾ ਹੈ, ਇਸੇ ਤਰ੍ਹਾਂ ਇਸ ਸੰਸਾਰ ਸਾਗਰ ਦੇ ਅੰਦਰ, ਜਿੰਦੇ ਅੰਦਰ ਅੱਗ ਹੈ ਵਿਕਾਰਾਂ ਦੀ, ਇਸ ਵਿਕਾਰਾਂ ਦੀ ਅੱਗ ਤੋਂ ਵੀ ਤੂੰ ਮੈਨੂੰ ਬਚਾ ਲੈ। ਪਾਵਕ ਸਾਗਰ ਅਥਾ ਲਹਿਰ ਮੈਂ, ਤਾਰੋ ਤਾਰਨ ਹਾਰੇ।
ਮਾਧੋ ਤੂੰ ਠਾਕੁਰ ਸਿਰ ਮੋਰਾ, ਈਹਾਂ ਊਹਾਂ ਤੁਹਾਰੋ ਤੋਰਾ। ਗੁਰੂ ਅਰਜਨ ਸਾਹਿਬ ਕਹਿੰਦੇ ਨੇ ਸਾਸ ਸਾਸ ਸਿਮਰੰਤ, ਨਾਨਕ ਮਹਾ ਅਗਨ ਨਾ ਬਿਨਾਸ ਨੰ, ਮੁਖ ਤਲੇ। ਅਵਸਥਾ ਵੇਖੋ, ਸਤਿਗੁਰ ਕਹਿੰਦੇ ਨੇ ਤੂੰ ਕਿਹੜੀ ਅਵਸਥਾ ਵਿੱਚ ਸੈ ਉੱਥੇ। ਮੁਖ ਤਲੇ, ਤੇਰਾ ਮੂੰਹ ਥੱਲੇ ਸੀ, ਪੈਰ ਉੱਪਰੇ, ਤੇਰੇ ਪੈਰ ਉੱਪਰ ਸੀ। ਇੱਕ ਜਿੰਦੇ ਜਾਂਦੇ ਬੰਦੇ ਨੂੰ ਤੁਸੀਂ ਕਿਸੇ ਥਾਂ ਤੇ ਉਲਟਾ ਲਟਕਾ ਦਿਓ। ਡਾਕਟਰ ਕਹਿੰਦੇ ਨੇ ਬੱਚੇ ਨੂੰ ਕਦੀ ਵੀ ਉਲਟਾ ਨਹੀਂ ਲਟਕਾਉਣਾ ਚਾਹੀਦਾ, ਬਲੱਡ ਸਰਕੂਲਰ ਜਿਹੜਾ ਹੈ ਉਹ ਉਲਟਾ ਹੋ ਜਾਂਦਾ ਹੈ। ਸਰੀਰ ਪੈਰਾਂ ਤੋਂ ਸਾਰਾ ਮਸਤਿਸ਼ਕ ਵੱਲ ਇਕੱਠਾ ਹੋ ਜਾਂਦਾ ਹੈ, ਬੱਚੇ ਦੀ ਬੰਦੇ ਦੀ ਮੌਤ ਹੋ ਸਕਦੀ ਹੈ। ਮੇਰੇ ਸਤਿਗੁਰ ਕਹਿੰਦੇ ਨੇ ਤੇਰੀ ਕੈਸੀ ਬਖਸ਼ਿਸ਼ ਹੈ ਦਾਤਾ, ਤੂੰ 6 ਮਹੀਨੇ ਵਿੱਚ ਸਰੀਰ ਪੂਰਾ ਕਰ ਦਿੱਤਾ। ਉਸ ਤੋਂ ਬਾਅਦ ਮੇਰੇ ਦਾਤਾ ਤੂੰ ਬੱਚੇ ਨੂੰ ਪੁੱਠਾ ਲਟਕਾਇਆ ਹੋਇਆ ਹੈ, ਮਾਂ ਦੇ ਉਦਰ ਦੇ ਵਿੱਚ ਉਹ ਪੁੱਠਾ ਲਟਕਿਆ ਹੋਇਆ ਹੈ। ਧੰਨ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਮੁਖ ਤਲੇ ਪੈਰ ਉਪਰੇ ਵਸੰਦੋ ਕੁਹਥੜੈ ਥਾਏ। ਕੁਹਥੜੈ ਦੇ ਅੱਖਰੀ ਅਰਥ ਨੇ ਭੈੜੀ ਥਾਂ ਤੇ। ਧਿਆਨ ਦੇਣਾ, ਹੁਣ ਸਰੀਰ ਦੇ ਅੰਦਰ ਮੇਜੀ ਹੈ ਨਾ, ਗੰਦਗੀ ਹੈ ਨਾ। ਹੁਣ ਬਾਬਾ ਨਾਨਕ ਜੀ ਕਹਿੰਦੇ ਨੇ ਵੇਖ ਮੇਰੇ ਮਾਲਕ ਨੇ ਕਿਰਪਾ ਕੀਤੀ। ਗੁਰੂ ਅਰਜਨ ਸਾਹਿਬ ਕਹਿੰਦੇ ਨੇ ਵਸੰਦੋ ਕੁਹਥੜੈ ਥਾਏ, ਤੇ ਅੱਗੋਂ ਬਖਸ਼ਿਸ਼ਾਂ ਨੂੰ ਯਾਦ ਕਰਕੇ ਸਾਨੂੰ ਸਮਝਾਇਆ। ਕਹਿੰਦੇ ਐਸੇ ਮਾਲਕ ਨੂੰ ਤੂੰ ਕਿਉਂ ਵਿਸਾਰ ਬੈਠਾ ਹੈ, ਸੋ ਧਣੀ ਕਿਉਂ ਵਿਸਾਰੇ ਹੋਏ, ਉਧਰੈ ਜਿਸਦੈ ਨਾਏ। ਉਹਨੂੰ ਕਿਉਂ ਵਿਸਾਰ ਬੈਠਾ ਹੈ ਜਿੰਦੇ ਨਾਮ ਨਾਲ ਤੂੰ ਸੰਸਾਰ ਭਵਜਲ ਵਿੱਚੋਂ ਪਾਰ ਹੋਣਾ ਹੈ। ਉਹਨੂੰ ਨਾ ਵਿਸਾਰ। ਜੇ ਉਹਨੂੰ ਵਿਸਾਰ ਦੇਗਾ ਤੇ ਸੱਚ ਜਾਣੀ ਫਿਰ ਬੜੇ ਵੱਡੇ ਦੁੱਖ ਵਿੱਚੋਂ ਤੈਨੂੰ ਲੰਘਣਾ ਪਏਗਾ। ਸਾਧ ਸੰਗਤ, ਦੋ ਸ਼ਬਦ ਨੇ, ਇੱਕ ਹੁੰਦਾ ਹੈ ਸ਼ਬਦ ਵਿਸਾਰਨਾ ਤੇ ਇੱਕ ਸ਼ਬਦ ਹੁੰਦਾ ਹੈ ਭੁੱਲਣਾ। ਧਿਆਨ ਦੇਣਾ, ਹੁਣ ਜਦੋਂ ਸਤਿਗੁਰ ਬਾਣੀ ਦੇ ਅੰਦਰ ਸ਼ਬਦ ਵਰਤਦੇ ਨੇ ਤੇ ਸਾਹਿਬ ਕਹਿੰਦੇ ਨੇ ਤੂੰ ਪਰਮਾਤਮਾ ਨੂੰ ਵਿਸਾਰ ਦਿੱਤਾ ਹੈ। ਹਰ ਬਿਸਰਤ ਸਦਾ ਖੁਆਰੀ। ਇੱਕ ਹੁੰਦਾ ਹੈ ਵਿਛੜਨਾ ਤੇ ਇੱਕ ਹੁੰਦਾ ਹੈ ਵਿਸਾਰਨਾ। ਵਿਛੜਿਆ ਹੋਇਆ ਬੰਦਾ ਮਿਲ ਸਕਦਾ ਹੈ ਦੁਬਾਰਾ, ਉਹ ਯਾਦ ਵੀ ਕਰਦਾ ਹੈ। ਮਾਪਿਆਂ ਤੋਂ ਦੂਰ ਗਿਆ ਬੱਚਾ, ਵਿਦੇਸ਼ ਪੜ੍ਹਾਈ ਲਈ ਗਿਆ, ਕਮਾਈ ਲਈ ਗਿਆ, ਉਹ ਆਪਣੇ ਮਾਂ-ਬਾਪ ਨੂੰ ਵਿਸਾਰਦਾ ਨਹੀਂ, ਯਾਦ ਨੇ, ਵਿਛੜਿਆ ਹੈ। ਪਰ ਉਹ ਵਿਛੜਿਆ ਹੋਇਆ ਜਿਸ ਦਿਨ ਵਾਪਸ ਪਰਤੇਗਾ, ਮਿਲੇਗਾ ਮਾਂ-ਬਾਪ ਨੂੰ, ਮਿਲੇਗਾ ਉਹ ਪਰਿਵਾਰ ਨੂੰ, ਮਿਲੇਗਾ ਜੀਆਂ ਨੂੰ। ਪਰ ਜਿਨੇ ਵਿਸਾਰ ਦਿੱਤਾ, ਧਿਆਨ ਦੇਣਾ, ਵਿਸਾਰਨ ਵਾਲਾ ਬੰਦਾ ਕਈ ਵਾਰੀ ਘਰ ਇੱਕ ਛੱਤ ਦੇ ਥੱਲੇ ਵੀ ਜੀ ਜਦੋਂ ਆਪਸ ਵਿੱਚ ਇੱਕ ਦੂਜੇ ਨੂੰ ਵਿਸਾਰ ਦਿੰਦੇ ਨੇ, ਇੱਕ ਦੂਜੇ ਨਾਲ ਵੀ ਕਦੀ ਸਿੱਧੇ ਮੂੰਹ ਨਹੀਂ ਬੋਲਦੇ। ਸਤਿਗੁਰ ਕਹਿੰਦੇ ਨੇ ਤੂੰ ਅਸਲ ਵਿੱਚ ਵਿਛੜਿਆ ਨਹੀਂ, ਤੂੰ ਵਿਸਾਰਿਆ ਹੈ ਆਪਣੇ ਮਾਲਕ ਨੂੰ। ਵਿਛੜਿਆ ਹੋਇਆ ਤੇ ਮਿਲੇਗਾ ਕੋਈ ਪੋਸੀਬਿਲਿਟੀ ਹੈ, ਤੂੰ ਵਿਸਾਰ ਬੈਠਾ ਹੈ ਮਾਲਕ ਨੂੰ ਵਿਸਾਰਨਾ। ਸਤਿਗੁਰ ਜੀ ਨੇ ਬਚਨ ਕੇ ਮਾਤਾ ਕੇ ਉਦਰ ਮੈਂ ਪ੍ਰਤਪਾਲ ਕਰੇ, ਸੋ ਕਿਉ ਮਨ ਹੋ ਵਿਸਾਰੀਐ। ਉਹਨੂੰ ਕਿਉਂ ਵਿਸਾਰਨਾ ਹੈ? ਉਹਨੂੰ ਵਿਸਾਰਨਾ ਉਹ ਤੇ ਬੜਾ ਵੱਡਾ ਦਾਤਾ ਹੈ। ਕਿੰਨਾ ਵੱਡਾ ਦਾਤਾ ਹੈ? ਮੇਰੇ ਸਤਿਗੁਰ ਪਾਤਸ਼ਾਹ ਜੀ ਕਹਿੰਦੇ ਨੇ ਨਾ ਕਰ ਚਿੰਤ, ਚਿੰਤਾ ਹੈ ਕਰਤੇ। ਇੱਕ ਅਦੀਬ ਦੇ ਬੜੇ ਪਿਆਰੇ ਬੋਲ ਨੇ, ਉਹ ਕਹਿੰਦਾ ਜਬ दांत नहीं थे तब दूध दिया, जब दांत दिए तो क्या भोजन ना देगा। ਵੀ ਜਦੋਂ ਦੰਦ ਨਹੀਂ ਸੀ ਉਹਨੇ ਮਾਂ ਦੇ ਸੋਲ ਸੀਨੇ ਦੇ ਵਿੱਚੋਂ ਤੇਰੇ ਲਈ ਦੁੱਧ ਦਾ ਰਿਜ਼ਕ ਪੈਦਾ ਕਰ ਦਿੱਤਾ, ਤੇ ਜਦੋਂ ਤੇਰੇ ਦੰਦ ਆ ਗਏ ਬੰਦਿਆ ਕਾਹਦੀ ਚਿੰਤਾ ਕਰਦਾ ਕਿ ਉਦੋਂ ਤੈਨੂੰ ਰਿਜ਼ਕ ਨਹੀਂ ਦੇਗਾ। ਉਹਨੇ ਸਭ ਦੇ ਲਈ ਬੰਦੋਬਸਤ ਕੀਤਾ ਹੈ। ਬੰਦੇ ਦੀ ਪਹੁੰਚ ਨਹੀਂ ਬਣਦੀ ਉੱਥੋਂ ਤੱਕ, ਬੰਦਾ ਅਵੇਸਲਾ ਹੋ ਜਾਂਦਾ ਹੈ। ਨਹੀਂ ਤੇ ਮੇਰੇ ਸਤਿਗੁਰ ਕਹਿੰਦੇ ਨੇ ਨਾ ਕਰ ਚਿੰਤ, ਚਿੰਤਾ ਹੈ ਕਰਤੇ, ਹਰ ਦੇਵੈ ਜਲ ਥਲ ਜਨਤਾ ਸਭ ਤੈ, ਅਚਿੰਤ ਦਾਨ ਦੇ ਪ੍ਰਭ ਮੇਰਾ। ਉਹ ਬਿਨਾਂ ਚਿੰਤਾ ਤੋਂ ਦਾਨ ਦੇ ਰਿਹਾ। ਸਤਿਗੁਰ ਕਹਿੰਦੇ ਨੇ ਚਿੰਤਾ ਨਾ ਕਰ, ਅਚਿੰਤ ਦਾਨ ਦੇ ਪ੍ਰਭ ਮੇਰਾ, ਵਿੱਚ ਪਾਥਰ। ਹਾਏ, ਇਸ ਤੋਂ ਵੱਡੀ ਉਦਾਹਰਣ ਕੀ ਹੋ ਸਕਦੀ? ਸਾਧ ਸੰਗਤ ਤਵੱਜੋ ਦਿਆ ਜੇ, ਇਸ ਤੋਂ ਵੱਡੀ ਉਦਾਹਰਣ ਕੀ ਹੋ ਸਕਦੀ? ਸਤਿਗੁਰ ਕਹਿੰਦੇ ਨੇ ਵਿੱਚ ਪਾਥਰ, ਕੀਟ ਪਖਾਣੀ ਹੈ। ਪੱਥਰ ਦੇ ਵਿੱਚ ਵੀ ਰੱਬ ਨੇ ਕੀੜਾ ਪੈਦਾ ਕਰਕੇ ਉਹਨੂੰ ਰਿਜ਼ਕ ਦਿੱਤਾ ਹੋਇਆ। ਭਗਤ ਧੰਨਾ ਜੀ ਦਾ ਇੱਕ ਬੜਾ ਪਿਆਰਾ ਸ਼ਬਦ ਹੈ। ਭਗਤ ਜੀ ਕਹਿੰਦੇ ਨੇ ਰੇ ਚਿਤ ਚੇਤਸ ਕੀਨਾ ਦਿਆਲ ਦਮੋਦਰ।
हे मेरे चित्त तू परमात्मा ਨੂੰ ਕਿਉਂ ਨਹੀਂ ਚੇਤੇ ਕਰਦਾ, ਉਸ ਦਿਆਲੂ ਪਰਿਪੂਰਨ ਪਰਮਾਤਮਾ ਨੂੰ ਕਿਉਂ ਯਾਦ ਨਹੀਂ ਕਰਦਾ। ਬਿਬੈ ਨਾ ਜਾਣਸ ਕੋਏ, ਬਿਬੈ ਦੇ ਆਖਰੀ ਅਰਥ ਨੇ ਉਹਦੇ ਵਰਗਾ ਕੋਈ ਹੋਰ ਨਹੀਂ, ਉਹਦੇ ਵਰਗਾ ਕਿਸੇ ਹੋਰ ਨੂੰ ਨਾ ਜਾਣ। ਬੰਦਾ ਕਿਸੇ ਨੂੰ 4 ਦਿਨ ਰੋਟੀ ਖਵਾਵੇ, 5ਵੇਂ ਦਿਨ ਅਹਿਸਾਨ ਜਤਾਉਂਦਾ ਹੈ। ਮੇਰੇ ਸਤਿਗੁਰੂ ਜੀ ਬਾਣੀ ਵਿੱਚ ਇੱਕ ਸ਼ਬਦ ਕਹਿੰਦੇ ਨੇ, ਸਾਹਿਬ ਕਹਿੰਦੇ ਨੇ, ਮਾਂ 9 ਮਹੀਨੇ ਵਿੱਚ ਬੱਚੇ ਨੂੰ ਆਪਣੇ ਉਦਰ ਵਿੱਚ ਰੱਖਦੀ ਏ। ਤੇ ਗੁਰੂ ਅਰਜਨ ਸਾਹਿਬ ਪਾਤਸ਼ਾਹ ਕਹਿੰਦੇ ਨੇ, ਪਤਾ ਹੀ ਮਾਂ ਦੀ ਲਾਲਸਾ ਕੀ ਹੁੰਦੀ, ਵੱਡਾ ਹੋਆ ਧਨ ਖਾਟ ਦੇ। ਜਿੱਦਨ ਵੱਡਾ ਹੋਏਗਾ ਨਾ ਮੇਰਾ ਪੁੱਤਰ, ਇਹ ਮੇਰੇ ਲਈ ਧਨ ਖੱਟ ਕੇ ਲਿਆਏਗਾ, ਇਹ ਮੇਰਾ ਸਹਾਰਾ ਬਣੇਗਾ, ਇਹ ਮੇਰੀਆਂ ਲੋੜਾਂ ਪੂਰੀਆਂ ਕਰੇਗਾ। ਇਹੀ ਕਾਰਨ ਹੈ ਕਿਤੇ ਜਵਾਨ ਪੁੱਤ ਸੰਸਾਰ ਤੋਂ ਚਲਾ ਜਾਏ, ਮਾਂ ਰੋਂਦਿਆਂ ਇੱਕੋ ਹੀ ਗੱਲ ਕਹਿੰਦੀ ਏ, ਮੇਰੀ ਜ਼ਿੰਦਗੀ ਦਾ ਸਹਾਰਾ ਚਲਾ ਗਿਆ ਹੈ। ਮਾਂ ਇੱਕੋ ਹੀ ਗੱਲ ਕਹਿੰਦੀ ਏ, ਮੈਂ ਇਸ ਬੱਚੇ ਨੂੰ ਵੱਡਾ ਕੀਤਾ ਸੀ, ਆਪਣੇ ਜੀਵਨ ਦੇ ਅਖੀਰਲੇ ਸਮੇਂ ਇਹ ਮੇਰਾ ਸਹਾਰਾ ਬਣੇਗਾ। ਇਹ ਜ਼ਿੰਦਗੀ ਦੇ ਇਸ ਸਮੇਂ ਮੈਨੂੰ ਛੱਡ ਕੇ, ਮਾਂ ਰੋਂਦੀ ਇਸ ਕਰਕੇ ਕਿਉਂਕਿ ਉਹਦਾ ਸਹਾਰਾ ਚਲਾ ਗਿਆ ਹੈ। ਗੁਰੂ ਅਰਜਨ ਦੇਵ ਪਾਤਸ਼ਾਹ ਜੀ ਕਹਿੰਦੇ ਨੇ, ਵੇਖ ਉਹ ਪਰਿਪੂਰਨ ਪਰਮਾਤਮਾ ਵਰਗਾ ਹੋਰ ਸੰਸਾਰ ਤੇ ਕੋਈ ਨਹੀਂ, ਜਿਨੇ ਤੇਰੇ ਕੋਲ ਕੁਝ ਵੀ ਨਹੀਂ ਲੈਣਾ, ਸਿਰਫ ਤੈਨੂੰ ਦਿੱਤਾ ਹੀ ਦਿੱਤਾ ਹੈ। ਤਾਂ ਹੀ ਗੁਰੂ ਅਰਜਨ ਸਾਹਿਬ ਕਹਿੰਦੇ ਨੇ, ਬਿਬੈ ਨਾ ਜਾਣਸ ਕੋਈ ਭਗਤ ਨਾ ਜੀ, ਕਹਿੰਦੇ ਨੇ ਉਹਦੇ ਵਰਗਾ ਕੋਈ ਹੋਰ ਹੈ ਹੀ ਨਹੀਂ। ਉਹ ਜੀਆਂ ਨੂੰ ਆਹਾਰ ਦਿੰਦਾ ਹੈ, ਪਾਲਦਾ ਹੈ, ਵੱਡਾ ਕਰਦਾ ਹੈ, ਸਭ ਦਾਤਾਂ ਦਿੰਦਾ ਹੈ, ਪਰ ਉਹ ਦੇ ਕੇ ਕੋਈ ਗਰਜ ਨਹੀਂ ਰੱਖਦਾ ਵੀ ਮੈਨੂੰ ਇਹਦੇ ਕੋਲ ਕੁਝ ਚਾਹੀਦਾ ਹੈ। ਮਾਂ ਨੂੰ ਗਰਜੇ, ਪਿਓ ਨੂੰ ਗਰਜੇ, ਪੁੱਤਰ ਨੂੰ ਗਰਜੇ, ਧੀਆਂ ਨੂੰ ਗਰਜੇ, ਪਰਿਵਾਰ ਨੂੰ ਗਰਜੇ, ਪਰ ਸਤਿਗੁਰ ਕਹਿੰਦੇ ਨੇ ਉਸ ਪਰਮਾਤਮਾ ਨੂੰ ਕੋਈ ਗਰਜ ਨਹੀਂ। ਤਾਂ ਹੀ ਸਤਿਗੁਰ ਕਹਿੰਦੇ ਨੇ, ਵੱਡਾ ਹੋਆ ਤਨ ਖਾਟ ਦੇ ਕਰ ਭੋਗ ਵਿਲਾਸਾ। ਮੇਰੇ ਸਤਿਗੁਰ ਕਹਿੰਦੇ ਨੇ, ਬਿਬੈ ਨਾ ਜਾਣਸ ਕੋਈ, ਜੇ ਧਾਵੈ ਬ੍ਰਹਿਮੰਡ ਖੰਡ ਕੋ। ਜੇ ਤੂੰ ਸਾਰੇ ਬ੍ਰਹਿਮੰਡ ਦੇ ਵਿੱਚ ਵੀ ਭਟਕ ਕੇ ਵੇਖ ਲਵੇ, ਧਾਵੈ ਦਾ ਮਤਲਬ ਹੁੰਦਾ ਹੈ ਧਾਣਾ, ਜਾਣਾ, ਭਟਕਣਾ, ਤੁਰਨਾ। ਜੇ ਸਾਰੇ ਬ੍ਰਹਿਮੰਡ ਵਿੱਚ ਵੀ ਤੁਰ ਫਿਰ ਕੇ ਵੇਖ ਲਵੇਂ, ਪਾਤਸ਼ਾਹ ਕਹਿੰਦੇ ਨੇ, ਕਰਤਾ ਕਰੇ ਸੋ ਹੋਈ। ਜੋ ਕਰਤਾ ਕਰਦਾ ਅਸਲ ਵਿੱਚ ਉਹੀ ਹੁੰਦਾ ਹੈ, ਉਹ ਕ੍ਰੀਏਟਰ ਹੈ, ਉਹਦੀ ਬਣਾਈ ਕਾਇਨਾਤ ਹੈ, ਉਹ ਮਾਲਕ ਹੈ ਧਰਤੀ ਦਾ। ਪਾਤਸ਼ਾਹ ਕਹਿੰਦੇ ਨੇ, ਜਨਨੀ ਕੇਰੇ ਉਦਰ ਉਦਕ ਮੈਂ। ਮਾਂ ਦੇ ਉਦਰ ਦੇ ਵਿੱਚ ਪਰਮਾਤਮਾ ਨੇ ਬੱਚੇ ਨੂੰ ਪੈਦਾ ਕੀਤਾ ਹੈ, ਬਣਾਇਆ ਹੈ, ਥਾਪਿਆ ਹੈ। ਪਿੰਡ ਕੀਆ 10 ਦੁਆਰਾ, ਇਹ 10 ਦੁਆਰਿਆਂ ਦਾ ਸਰੀਰ ਘੜ ਦਿੱਤਾ ਅੰਦਰ। ਫਿਰ ਉਹੀ ਬਚਨ ਆ ਗਏ ਨੇ ਨਾ ਸਾਧ ਸੰਗਤ, ਇਹ ਰਚਨਾ ਪਰਮਾਤਮਾ ਦੀ ਕਿੰਨੇ ਇੱਕ ਇੱਕ ਅੰਗ ਉੱਥੇ ਜੋੜਿਆ। ਮੈਂ ਪਹਿਲੋਂ ਬੇਨਤੀ ਕਰਦਿਆਂ, ਬਾਹਰ ਦੀਆਂ ਚੀਜ਼ਾਂ ਬੰਦਾ ਬਣਾਉਂਦਾ ਹੈ, ਵੇਖਦਾ ਹੈ ਕਿਹੜੀ ਚੀਜ਼ ਕਿੱਥੇ ਠੀਕ ਲੱਗਦੀ ਏ। ਮੇਰੇ ਸਤਿਗੁਰ ਪਰਮਾਤਮਾ ਨੇ, ਮਾਲਕ ਨੇ ਕਿਰਪਾ ਕੀਤੀ, ਐਸੀ ਥਾਂ ਤੇ ਹੈ ਜਿਹਨੂੰ ਸਤਿਗੁਰ ਕਹਿੰਦੇ ਨੇ, ਵਸੰਦੋ ਕੋ ਹੱਥੜੇ ਥਾਏ। ਉੱਥੇ ਕੋਈ ਅੰਗ ਜੋੜਨ ਵਾਲਾ ਨਹੀਂ ਬੈਠਾ, ਉਹਨੇ ਐਸੀ ਤਰਤੀਬ ਬਣਾ ਦਿੱਤੀ ਏ, ਜੀ ਦੇ ਅੰਦਰ ਹੀ ਸਾਰੇ ਅੰਗ ਪੈਦਾ ਹੋਏ ਬਣੇ। ਮੇਰੇ ਪਾਤਸ਼ਾਹ ਜੀ ਕਹਿੰਦੇ ਨੇ, ਉਹਦੇ ਤੋਂ ਵੱਡਾ ਕਾਰੀਗਰ ਕੌਣ ਹੋ ਸਕਦਾ ਹੈ ਦੁਨੀਆ ਤੇ। ਉਹ ਜਿਹੜਾ ਅੰਦਰ ਬੈਠਾ ਹੋਏ ਜੀਵ ਨੂੰ ਮਾਂ ਦੇ ਉਦਰ ਦੇ ਵਿੱਚ ਘੜ ਦਿੰਦਾ ਹੈ, ਅੰਗ ਬਣਾ ਦਿੰਦਾ ਹੈ, ਥਾਪ ਦਿੰਦਾ ਹੈ। ਸਤਿਗੁਰ ਕਹਿੰਦੇ ਨੇ, ਪਿੰਡ ਕੀਆ 10 ਦੁਆਰਾ ਦੇ ਆਹਾਰ ਅਗਨ ਮੈਂ ਰੱਖੈ। ਅਗਨ ਦੇ ਅੰਦਰ, ਪੇਟ ਦੀ ਅਗਨ, ਜਠਰ ਅਗਨ ਦੇ ਅੰਦਰ ਆਹਾਰ ਦੇ ਕੇ ਰੱਖਦਾ ਹੈ। ਐਸਾ ਖਸਮ ਹਮਾਰਾ। ਗੁਰੂ ਅਰਜਨ ਸਾਹਿਬ ਕਹਿੰਦੇ ਨੇ, ਮੇਰਾ ਮਾਲਕ ਇਹੋ ਜਿਹਾ ਤੂੰ ਜਾਣਨਾ ਹੈ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਨੇ ਇਸੇ ਕਰਕੇ ਬਖਸ਼ਿਸ਼ ਕੀਤੀ। ਪਾਤਸ਼ਾਹ ਕਹਿੰਦੇ ਨੇ, ਤੂੰ ਜਾਣਨਾ ਚਾਹੁੰਦਾ ਹੈ ਤੇ ਜਾਣ ਵੀ ਉਹ ਕਿੰਨਾ ਬੇਅੰਤ ਹੈ, ਉਹ ਕਿੰਨਾ ਵੱਡਾ ਹੈ। ਤੇ ਸਾਹਿਬ ਕਹਿੰਦੇ ਨੇ, ਦੇ ਆਹਾਰ ਅਗਨ ਮੈਂ ਰੱਖੈ, ਐਸਾ ਖਸਮ ਹਮਾਰਾ। ਕੁੰਮੀ ਜਲ ਮੈਂ ਤਨ ਤਿਸ ਬਾਹਰ। ਪਾਤਸ਼ਾਹ ਕਹਿੰਦੇ ਨੇ, ਕੁੰਮੀ ਪਾਣੀ ਦੇ ਅੰਦਰ ਏ, ਤਨ ਤਿਸ ਬਾਹਰ। ਵੇਖੋ ਪਰਮਾਤਮਾ ਨੇ ਜਿਹੜੀ ਰਚਨਾ ਰਚੀ ਏ, ਇਹਦੇ ਅੰਦਰ ਜਿਹੜੇ ਜੀਵ ਰੱਬ ਨੇ ਪੈਦਾ ਕੀਤੇ ਨੇ ਨਾ ਸਾਧ ਸੰਗਤ, ਜਿਨ੍ਹਾਂ ਜੀਆਂ ਦੇ ਪੰਖ ਨੇ, ਉਹਨਾਂ ਨੂੰ ਪਰਮਾਤਮਾ ਨੇ ਦੁੱਧ ਦੀ ਦਾਤ ਨਹੀਂ ਦਿੱਤੀ, ਤੇ ਜਿਨ੍ਹਾਂ ਜੀਆਂ ਦੇ ਪੰਖ ਨੇ, ਜਿਹੜੇ ਜਾਨਵਰ ਨੇ, ਉਹਨਾਂ ਨੂੰ ਦੁੱਧ ਦੀ ਦਾਤ ਦਿੱਤੀ ਹੈ। ਪਰ ਕੁੰਮੀ, ਜਿੰਦਾ ਜ਼ਿਕਰ ਸਤਿਗੁਰੂ ਜੀ ਇੱਥੇ ਕਰ ਰਹੇ ਨੇ, ਪਾਤਸ਼ਾਹ ਕਹਿੰਦੇ ਨੇ, ਕੁੰਮੀ ਜਲ ਮੈਂ ਤਨ ਤਿਸ ਬਾਹਰ, ਪੰਖ ਖੀਰ ਤਿਨ ਨਾਹੀ।
ਕੁੰਮੀ ਜਲ ਮੈਂ, ਜਲ ਦੇ ਅੰਦਰ, ਪਾਣੀ ਦੇ ਅੰਦਰ ਹੈ ਕੱਛੂ ਕੁੰਮੀ। ਪਰ ਸਤਿਗੁਰ ਕਹਿੰਦੇ ਨੇ ਵੇਖ, ਨਾ ਉਹਦੇ ਪੰਖ ਨੇ, ਨਾ ਉਹਦੇ ਕੋਲੋਂ ਦੁੱਧ ਹੈ। ਦਾਤਾਰ ਪਿਤਾ ਕਹਿੰਦੇ ਨੇ ਪੰਖ ਖੇਰ ਤਿੰਨ ਨਾਹੀ, ਉਹਦੇ ਕੋਲੇ ਦੋਨੋਂ ਚੀਜ਼ਾਂ ਨਹੀਂ। ਉਹ ਬੱਚਿਆਂ ਨੂੰ ਬਾਹਰ ਜਨਮ ਦੇ ਕੇ ਆਪ ਪਾਣੀ ਵਿੱਚ ਚਲੀ ਗਈ ਹੈ। ਸਤਿਗੁਰ ਪਾਤਸ਼ਾਹ ਜੀ ਕਹਿੰਦੇ ਨੇ ਦੇਖ, ਉਹ ਬੱਚੇ ਨੂੰ ਜਨਮ ਦੇ ਕੇ ਚਲੀ ਗਈ, ਪਰ ਕੋਈ ਪਾਲਣ ਵਾਲਾ ਨਹੀਂ, ਕੋਈ ਪਰਵਰਿਸ਼ ਕਰਨ ਵਾਲਾ ਨਹੀਂ, ਕੋਈ ਸੰਭਾਲਣ ਵਾਲਾ ਨਹੀਂ, ਨਾ ਕੋਈ ਦੁੱਧ ਦੇਣ ਵਾਲਾ ਹੈ। ਪੰਖ ਖੀਰ ਤਿੰਨ ਨਾਹੀ, ਪੂਰਨ ਪਰਮਾਨੰਦ ਮਨੋਹਰ। ਕਿ ਬੱਚੇ ਨੂੰ ਭੁੱਖ ਲੱਗੇ ਤੇ ਉੱਡ ਕੇ ਜਾ ਕੇ ਰਿਜ਼ਕ ਦੇ, ਬੱਚੇ ਨੂੰ ਭੁੱਖ ਲੱਗੇ ਤੇ ਜਾ ਕੇ ਦੁੱਧ ਪਿਆ ਦੇ ਨਹੀਂ। ਕੁੰਮੀ ਪਾਣੀ ਦੇ ਅੰਦਰ ਚਲੀ ਗਈ, ਉਹਦੇ ਆਂਡੇ ਬਾਹਰ ਰੇਤ ਵਿੱਚ ਨੇ। ਸਭ ਕਹਿੰਦੇ ਨੇ ਵੇਖ, ਉੱਥੇ ਰੇਤ ਵਿੱਚ ਹੀ ਉਹਨਾਂ ਬੱਚਿਆਂ ਨੂੰ, ਉਹਨਾਂ ਆਂਡਿਆਂ ਨੂੰ, ਉਹਨਾਂ ਦੇ ਵਿੱਚ ਦਾਤ ਰਿਜ਼ਕ ਪੈਦਾ ਕਰਨ ਵਾਲਾ ਤੇ ਉਹਨਾਂ ਨੂੰ ਜਨਮ ਦੇਣ ਵਾਲਾ ਉਹ ਬੇਅੰਤ ਪ੍ਰਭੂ ਹੈ। ਸਭ ਕਹਿੰਦੇ ਨੇ ਹੋਰ ਕਿੰਨੀਆਂ ਉਹਦੀਆਂ ਦਾਤਾਂ ਨੂੰ ਤੂੰ ਸਮਝਣਾ ਚਾਹੁੰਦਾ ਹੈ। ਪੂਰਨ ਪਰਮਾਨੰਦ ਮਨੋਹਰ, ਸਮਝ ਦੇਖ ਮਨ ਮਾਹੀ। ਪਾਖਨ ਕੀਟ ਗੁਪਤ ਹੋਏ ਰਹਿਤਾ, ਤਾਚੋ ਮਾਰਗ ਨਾਹੀ। ਕਹੈ ਧੰਨਾ ਪੂਰਨ ਤਾਹੂ ਕੋ, ਮਾਤਰੇ ਜੀ ਡਰਾਹੀ। ਇਹ ਭਗਤ ਜੀ ਕਹਿੰਦੇ ਨੇ ਮਾਨਾ ਜੀ ਨਾ ਡਰਾ, ਉਹ ਬੇੜਾ ਬੇਅੰਤ ਹੈ। ਤਾਂ ਸਤਿਗੁਰ ਅੱਜ ਕਹਿ ਰਹੇ ਨੇ, ਮਾਤਾ ਕੇ ਉਦਰ ਮੈਂ ਪ੍ਰਤਪਾਲ ਕਰੇ, ਸੋ ਕਿਉ ਮਨੋ ਵਿਸਾਰੀਐ। ਮਨੋ ਕਿਉ ਵਿਸਾਰੀਐ, ਇਹ ਵੱਡਾ ਦਾਤਾ, ਏਡੇ ਵੱਡੇ ਦਾਤੇ ਨੂੰ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਤੂੰ ਆਪਣੇ ਮਨ ਵਿੱਚੋਂ ਵਿਸਾਰ ਨਾ। ਜੇ ਅਗਨ ਮਹਿ ਆਹਾਰ ਪਹੁੰਚਾਵੇ, ਜਿਹੜਾ ਮਾਂ ਦੇ ਉਦਰ ਵਿੱਚ ਵੀ ਤੈਨੂੰ ਰਿਜ਼ਕ ਦੇਣ ਵਾਲਾ ਹੈ, ਜਿਹੜਾ ਉੱਥੇ ਵੀ ਤੈਨੂੰ ਰਿਜ਼ਕ ਪਹੁੰਚਾਉਣ ਵਾਲਾ ਹੈ, ਉਸ ਨੂੰ ਕਿਹ ਪੋਹ ਨਾ ਸਕੀ। ਸਭ ਕਹਿੰਦੇ ਨੇ ਉਹਨੂੰ ਕੋਈ ਚੀਜ਼ ਪੋਹ ਨਹੀਂ ਸਕਦੀ। ਉਸ ਨੂੰ ਕਿਹ ਦਾ ਮਤਲਬ ਹੈ ਕੁਝ ਵੀ, ਪੋਹ ਦਾ ਮਤਲਬ ਹੁੰਦਾ ਟੱਚ ਕਰਨਾ, ਦੁੱਖ ਦੇਣਾ, ਉਹਦੇ ਤੱਕ ਪਹੁੰਚਣਾ। ਉਸ ਨੂੰ ਕਿ ਪੋਹ ਨਾ ਸਕੀ, ਜਿਸ ਨੂੰ ਆਪਣੀ ਲਿਵ ਲਾਵੇ। ਜਿੰਦੂ ਉਹ ਆਪਣੀ ਸੁਰਤ, ਜਿੰਦੀ ਸੁਰਤ ਵਿੱਚ ਆਪਣਾ ਪਿਆਰ ਪੈਦਾ ਕਰ ਦਿੰਦਾ ਹੈ, ਜਿਹਨੂੰ ਆਪਣੀ ਲਿਵ ਨਾਲ ਜੋੜ ਲੈਂਦਾ ਹੈ, ਆਪਣੇ ਨਾਲ ਮਿਲਾ ਲੈਂਦਾ ਹੈ। ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਗੁਰੂ ਅਮਰਦਾਸ ਸਾਹਿਬ ਕਹਿੰਦੇ ਨੇ ਉਹਦੇ ਤੱਕ ਕੁਝ ਵੀ ਪਹੁੰਚ ਨਹੀਂ ਸਕਦਾ। ਉਹਨੂੰ ਸੰਸਾਰ ਦਾ ਕੋਈ ਦੁੱਖ ਟੱਚ ਵੀ ਨਹੀਂ ਕਰ ਸਕਦਾ। ਇੱਕ ਬਚਨ ਤੁਸੀਂ ਪੜ੍ਹਦੇ ਹੋ ਬਿਲਾਵਲ ਰਾਗ ਵਿੱਚ, ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਜਿਹੜੇ ਬਚਨ ਕਹੇ ਨੇ, ਗੁਰੂ ਅਰਜਨ ਸਾਹਿਬ ਕਹਿੰਦੇ ਨੇ, ਮਨ ਤਨ ਪ੍ਰਭ ਆਰਾਧੀਐ, ਮਿਲ ਸਾਧ ਸਮਾਗੈ। ਉਚਰਤ ਗੁਣ ਗੋਪਾਲ, ਜਸ ਦੂਰ ਤੇ ਜਮ ਪਾਗੈ। ਤੰਤ ਮੰਤ ਨਹਿ ਜੋ ਹੈ, ਤਿਤ ਚਾਖ ਨਾ ਲਾਗੈ। ਸਭ ਕਹਿੰਦੇ ਨੇ ਉਹਨੂੰ ਕੋਈ ਤੰਤਰ ਮੰਤਰ ਪੋ ਨਹੀਂ ਸਕਦਾ। ਇਹ ਸਿਰਫ ਮਾਂ ਦੇ ਉਦਰ ਦੀ ਗੱਲ ਨਹੀਂ। ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਨੇ ਤੂੰ ਜੀਵਨ ਦੇ ਵਿੱਚ ਕਦੀ ਵੀ ਕਰਤੇ ਨੂੰ ਚੇਤਾ ਕਰ ਲਈ। ਜਿਸ ਦਿਨ ਤੈਨੂੰ ਉਹ ਚੇਤਾ ਆ ਗਿਆ, ਤੂੰ ਉਹਦੇ ਹੁਕਮ ਵਿੱਚ ਜੀਣਾ ਸ਼ੁਰੂ ਕਰ ਦਿੱਤਾ। ਗੁਰੂ ਅਮਰਦਾਸ ਜੀ ਕਹਿੰਦੇ ਨੇ ਉਸ ਦਿਨ ਦੁਨੀਆ ਦੀ ਕੋਈ ਤਾਕਤ ਤੈਨੂੰ ਫਿਰ ਖੁਆਰ ਨਹੀਂ ਕਰ ਸਕੇਗੀ। ਤੰਤ ਮੰਤ ਨੇ ਜੋ ਹੈ, ਤਿਤ ਚਾਖ ਨਾ ਲਾਗੈ। ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਨੇ ਉਸ ਨੂੰ ਕਿ ਪੋਹ ਨਾ ਸਕੀ, ਜਿਸ ਨੂੰ ਆਪਣੀ ਲਿਵ ਲਾਵੇ। ਆਪਣੀ ਲਿਵ ਆਪੇ ਲਾਏ। ਇਹ ਲਿਵ ਉਹ ਆਪ ਲਾਂਦਾ ਹੈ। ਬਿਸ ਬੰਦਾ ਜਿਦਨ ਆਪਣੇ ਅੰਦਰ ਸੁਭਾਗ ਬਣਾ ਕੇ ਤੁਰ ਪਏ ਪ੍ਰਮਾਤਮਾ ਦੇ ਘਰ ਵੱਲ, ਧਿਆਨ ਦੇਣਾ ਇਹ ਕਰਮ ਆਉਂਦਾ ਹੈ। ਬੰਦਾ ਸਿਰਫ ਤੁਰਦਾ ਹੈ, ਲਿਵ ਜੋੜ ਕੇ ਅੰਦਰ ਨੂੰ ਇੰਨੀ ਭਾਵਨਾ ਤੇ ਇੰਨਾ ਭਰੋਸਾ ਉਹ ਆਪਣੇ ਆਪ ਦੇ ਦਿੰਦਾ ਹੈ। ਤਾਂ ਹੀ ਸਤਿਗੁਰ ਕਹਿੰਦੇ ਨੇ, ਭਾਈ ਸਾਹਿਬ ਭਾਈ ਗੁਰਦਾਸ ਕਹਿੰਦੇ ਨੇ, ਗੁਰੂ ਦੇ ਚਰਨਾਂ ਵਿੱਚ 2 ਕਦਮ ਪੜ, ਚਰਨ ਸ਼ਰਨ ਗੁਰੂ ਏਕ ਪੈਂਡਾ ਜਾਏ ਚੱਲ, ਸਤਿਗੁਰ ਕੋਟ ਪੈਂਡਾ ਆਗੇ ਹੋਈ ਲੇਤ ਹੈ। ਪਾਤਸ਼ਾਹ ਜੀ ਕਹਿੰਦੇ ਨੇ ਆਪਣੀ ਲਿਵ ਆਪੇ ਲਾਏ, ਗੁਰਮੁਖ ਸਦਾ ਸੰਭਾਲੀ ਹੈ। ਉਹ ਸਤਿਗੁਰ ਪ੍ਰਮਾਤਮਾ ਅਕਾਲ ਪੁਰਖ ਗੁਰੂ ਸਦਾ ਆਪਣੇ ਜੀਆਂ ਦੀ ਸੰਭਾਲ ਕਰਦਾ ਹੈ, ਹਰ ਛਣ ਕਰਦਾ ਹੈ, ਹਰ ਘੜੀ ਕਰਦਾ ਹੈ। ਤਾਂ ਹੀ ਸਤਿਗੁਰ ਕਹਿੰਦੇ ਨੇ ਰੋਗਨ ਤੇ ਅਰ ਸੋਗਨ ਤੇ ਜਲ ਜੋਗਨ ਤੇ ਬਹੁ ਭਾਂਤ ਬਚਾਵੇ। ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ। ਛਤਰ ਅਨੇਕ ਚਲਾਵਤ, ਘਾਵ ਤੋਤਨ ਏਕ ਨ ਲਾਗਨ ਪਾਵੇ। ਰਾਕਤ ਹੈ ਆਪਣੋ ਕਰਦੈ ਕਰ, ਪਾਪ ਸਭੂ ਨਾ ਭੇਟਣ ਪਾਵੇ। ਔਰ ਕੀ ਬਾਤ ਕਹਾਂ ਕਹਿ ਤੋ ਸੋ ਪੇਟ ਹੀ ਕੇ ਪਟ ਬੀਚ ਬਚਾਵੇ। ਸਤਿਗੁਰ ਕਹਿੰਦੇ ਨੇ ਹੋਰ ਕਿਸੇ ਦੀ ਗੱਲ ਨਹੀਂ। ਉਹ ਤੇ ਮਾਂ ਦੇ ਪੇਟ ਦੇ ਵਿੱਚ ਵੀ ਆਪਣਾ ਹੱਥ ਦੇ ਕੇ ਰੱਖਿਆ ਕਰਦਾ ਹੈ। ਗੁਰੂ ਅਰਜਨ ਸਾਹਿਬ ਕਹਿੰਦੇ ਨੇ ਔਖੀ ਘੜੀ ਨਾ ਦੇਖਣ ਦੇ, ਆਪਣਾ ਬਿਰਦ ਸੰਭਾਲੇ। ਹੱਥ ਦੇ ਰਾਖੇ ਆਪਣੇ ਕੋ ਸਾਸ ਸਾਸ ਪ੍ਰਤਪਾਲੇ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕਹਿੰਦੇ ਨੇ ਦੀਨ
दीनन की प्रतिपाल करे, संत उबार गनी मन गारे, पशु पशु नग नाग नरादप सर्व समय सबको प्रतिपारे, पोकत है जल में थल में पल में कल के नहीं कर्म विचारे, दीन दयाल दया निध दोखन देखत है परदेत न हारे। बंदे ਨੂੰ ਆਪਣੀ ਚਿੰਤਾ ਹੈ ਤੇ ਸਤਿਗੁਰ ਕਹਿੰਦੇ ਨੇ ਉਹ ਤੇ ਜੀਆਂ ਨੂੰ ਸਭਨਾਂ ਨੂੰ ਭੁੱਖਤ ਹੈ ਜਲ ਮੈਂ ਥਲ ਮੈਂ ਪਲ ਮੈਂ ਕਲ ਕੇ ਨਹੀਂ ਕਰਮ ਵਿਚਾਰੇ। ਪਾਣੀ ਵਿੱਚ ਧਰਤੀ ਤੇ ਹਰ ਥਾਂ ਤੇ ਵਸਣ ਵਾਲੇ ਜੀਆਂ ਨੂੰ ਪ੍ਰਤਪਾਲਦਾ ਹੈ। ਤੇ ਅਖੀਰਲੀ ਪੰਕਤੀ ਵਿੱਚ ਗੁਰੂ ਅਮਰਦਾਸ ਜੀ ਕਹਿੰਦੇ ਨੇ ਆਪਣੀ ਲਿਵ ਆਪੇ ਲਾਏ ਗੁਰਮੁਖ ਸਦਾ ਸੰਭਾਲੀਐ। ਗੁਰੂ ਨਾਲ ਜੁੜ ਕੇ ਸਦਾ ਉਸ ਮਾਲਕ ਦੇ ਇਹਨਾਂ ਗੁਣਾਂ ਦੀ ਸੰਭਾਲ ਕਰ, ਸਦਾ ਉਹਦੇ ਗੁਣਾਂ ਨੂੰ ਚੇਤੇ ਕਰ। ਕਹੇ ਨਾਨਕ ਏ ਵਡ ਦਾਤਾ ਸੋ ਕਿਉ ਮਨੋ ਵਿਸਾਰੀਏ। ਨਾਨਕ ਜੀ ਕਹਿ ਜਿਹੜਾ ਦਾਤਾ ਇੰਨਾ ਵੱਡਾ, ਇੰਨਾ ਬੇਅੰਤ, ਇੰਨਾ ਬੇਸ਼ੁਮਾਰ, ਇੰਨੀਆਂ ਦਾਤਾਂ ਦਾ ਮਾਲਕ, ਇੰਨੀਆਂ ਰਹਿਮਤਾਂ ਕਰਨ ਵਾਲਾ ਹੈ, ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਨੇ ਤੂੰ ਉਹਨੂੰ ਕਿਉਂ ਵਿਸਾਰ ਬੈਠਾ ਹੈ। ਮੇਰੇ ਮਨਾਂ ਨੂੰ ਵਿਸਾਰ ਨਾ, ਉਹਨੂੰ ਸਦਾ ਚੇਤੇ ਕਰ। ਉਹ ਤੇ ਮਿਹਰ ਦਾ ਦਾਤਾ ਹੈ, ਮਿਹਰਬਾਨ ਸਾਹਿਬ, ਮਿਹਰਬਾਨ ਸਾਹਿਬ ਮੇਰਾ ਮਿਹਰਬਾਨ। ਜੀ ਸਗਲ ਕੋ ਦੇ ਦਾਨ ਤੂੰ ਕਾਹੇ ਡੋਲੇ ਪ੍ਰਾਨੀਆਂ, ਤੁਧ ਰਾਖੇਗਾ ਸਿਰਜਨਹਾਰ। ਜਿਨ ਪੈਦਾਇਸ਼ ਤੂੰ ਕੀਆ ਸੋਈ ਦੇ ਆਧਾਰ। ਸਤਿਗੁਰ ਕਿਰਪਾ ਕਰਨ। ਗੁਰੂ ਅਮਰਦਾਸ ਪਾਤਸ਼ਾਹ ਜੀ ਆਪਣੇ ਇਹਨਾਂ ਪਾਵਨ ਬਚਨਾਂ ਨੂੰ ਸਮਝਣ ਦੀ ਦਾਤ ਆਪਣੇ ਚਰਨਾਂ ਵਿੱਚੋਂ ਬਖਸ਼ ਦੇਣ, ਤਾਂ ਕਿ ਗੁਰੂ ਤੇ ਐਸਾ ਭਰੋਸਾ ਬਣਾਏ, ਐਸਾ ਅਕੀਦਾ ਬਣਾਏ। ਧੰਨ ਗੁਰੂ ਗ੍ਰੰਥ ਸਾਹਿਬ ਜੀ ਕਿਰਪਾ ਕਰਨ। ਹੋਈਆਂ ਗਲਤੀਆਂ ਬਖਸ਼ ਲੈਣੀਆਂ। ਸਾਧ ਸੰਗਤ ਬੁਲਾਓ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।